ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਨਾਨਕ ਕਹਿਤ ਮੁਕਤ ਪੰਥ ਇਹ, ਗੁਰਮੁਖ ਹੋਏ ਤੁਮ ਪਾਵੋ। ਤੇਗ ਬਹਾਦਰ ਧਰਮ ਧੁਜ, ਹਰਤਾ ਤੁਰਕਨ ਮੂਲ। ਚਰਨ ਸ਼ਰਨ ਤਾਰਨ ਤਰਨ, ਨਮੋ ਹੋਏ ਅਨਕੂਲ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰੂ ਨਾਨਕ ਜੋਤ ਦੇ 9ਵੇਂ ਵਾਰਸ ਤਿਆਗ, ਵੈਰਾਗ ਅਤੇ ਅਨੁਰਾਗ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਜਦਕਾ ਜੋ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਫਤਿਹ ਦੀ ਸਾਰੇ ਸਾਂਝ ਪਾਵੋ, ਬੜੇ ਪਿਆਰ ਸਹਿਤ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਅੰਦਰ ਮਨੁੱਖੀ ਆਤਮਾ ਤੋਂ ਲੈ ਕੇ ਪਰਮਾਤਮਾ ਤੱਕ ਦਾ ਜਿਹੜਾ ਸਫ਼ਰ ਹੈ ਉਹਨੂੰ ਭਵ ਸਾਗਰ ਦੱਸਿਆ ਗਿਆ ਹੈ। ਔਰ ਗਰੀਬ ਨਵਾਜ਼ ਨੇ ਇਸ ਦੂਰੀ ਨੂੰ ਤੈਅ ਕਰਨ ਦਾ ਜੋ ਢੰਗ ਤਰੀਕਾ ਹੈ, ਜੋ ਇਸ ਮਾਰਗ 'ਤੇ ਤੁਰਦਿਆਂ ਸੰਕਟ ਆਉਂਦੇ ਨੇ, ਉਤਰਾ ਚੜ੍ਹਾਅ ਆਉਂਦੇ ਨੇ, ਜਿਵੇਂ ਕਿਸੇ ਸਾਗਰ ਦੇ ਵਿੱਚ ਵੱਡੀਆਂ ਵੱਡੀਆਂ ਲਹਿਰਾਂ, ਵੱਡੇ ਵੱਡੇ ਭੰਵਰ ਹੁੰਦੇ ਨੇ, ਪਰ ਉਹਨਾਂ ਸਾਗਰਾਂ ਨੂੰ ਬੇੜੀਆਂ ਦੇ ਸਹਾਰੇ ਬੜੇ ਬੜੇ ਵੱਡੇ ਤੁਲਹੇ ਜਾਂ ਜਿਨ੍ਹਾਂ ਨੂੰ ਤਰਨ ਦੀ ਜਾਚ ਹੁੰਦੀ ਹੈ ਉਹ ਪਾਰ ਕਰ ਲੈਂਦੇ ਨੇ। ਇਸੇ ਤਰ੍ਹਾਂ ਜਿਨ੍ਹਾਂ ਦੇ ਕੋਲ ਗੁਰੂ ਦੀ ਦੱਸੀ ਹੋਈ ਮੱਤ ਹੈ, ਜੁਗਤ ਹੈ, ਜੀਵਨ ਦੇ ਇਸ ਮਾਰਗ 'ਤੇ ਜਿੰਨੇ ਵੀ ਉਤਰਾ ਚੜ੍ਹਾਅ ਆਉਂਦੇ ਨੇ, ਜਿੰਨੀਆਂ ਵੀ ਕਠਿਨਾਈਆਂ ਆਉਂਦੀਆਂ ਨੇ, ਮਨੁੱਖ ਹਰਕ ਸੋਗ ਤੋਂ, ਉਸਤਤ ਨਿੰਦਾ ਤੋਂ ਉੱਪਰ ਉੱਠ ਕੇ ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਮਾਲਕ ਦੀ ਬੰਦਗੀ ਕਰਦਾ ਹੈ, ਬੜੇ ਸੌਖੇ ਢੰਗ ਦੇ ਨਾਲ ਇਸ ਸਾਗਰ ਨੂੰ ਤਰਿਆ ਜਾ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਵਿੱਚ 3 ਪ੍ਰਮੁੱਖ ਬੇੜੇ ਜਿਹੜੇ ਨੇ ਉਹਨਾਂ ਨੂੰ ਪਾਰ ਕੀਤਾ ਹੈ। ਸਭ ਤੋਂ ਪਹਿਲਾਂ ਜੋ ਸਾਡੀ ਕਿਰਤ ਦਾ ਜਹਾਜ਼ ਹੈ, ਕਿਰਤ ਦਾ ਬੇੜਾ ਹੈ, ਕਿਰਤ ਭਾਵੇਂ ਖੇਤੀ ਹੋਵੇ, ਦੁਕਾਨ ਹੋਵੇ,
ਨੌਕਰੀ ਜਾਂ ਵਪਾਰ ਹੋਵੇ। ਸਤਿਗੁਰਾਂ ਦੇ ਅਨੰਨ ਸੇਵਕ ਭਾਈ ਸਾਹਿਬ ਭਾਈ ਮੱਖਣ ਸਿੰਘ ਜੀ, ਜਿਨ੍ਹਾਂ ਨੇ ਭਾਈ ਮੱਖਣ ਸ਼ਾਹ ਜੀ, ਜਿਨ੍ਹਾਂ ਨੇ ਜਦੋਂ ਆਪਣੇ ਬੇੜੇ ਲੱਦ ਕੇ ਤੋਰੇ ਸਨ ਤੇ ਸਤਿਗੁਰੂ ਜੀ ਦੇ ਅੱਗੇ ਇੱਕ ਅਰਦਾਸ ਕੀਤੀ ਸੀ, ਬੇਨਤੀ ਕੀਤੀ ਸੀ, ਪਾਤਸ਼ਾਹ ਇਹ ਜੋ ਕਿਰਤ ਹੈ ਇਹਦੇ ਵਿੱਚ ਲਾਹਾ ਪ੍ਰਾਪਤ ਹੋਵੇ, ਆਪ ਨੇ ਕਿਰਪਾ ਕਰਨੀ, ਅੰਗ ਸੰਗ ਸਹਾਈ ਹੋ ਕੇ ਮੇਰਾ ਇਹ ਕਿਰਤ ਦਾ ਬੇੜਾ ਜਿਹੜਾ ਇਹ ਪਾਰ ਲਾਉਣਾ। ਔਰ ਗੁਰੂ ਜਦੋਂ ਬਖਸ਼ਿਸ਼ ਕਰਕੇ ਕਿਰਤ ਦਾ ਬੇੜਾ ਪਾਰ ਕਰਦੇ ਨੇ, ਗੁਰੂ ਕਾਲ ਦੇ ਵਿੱਚ ਐਸਾ ਵਿਧੀ ਵਿਧਾਨ ਵੀ ਸਤਿਗੁਰੂ ਜੀ ਨੇ ਸ਼ੁਰੂ ਕੀਤਾ ਸੀ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ। ਜਿਵੇਂ ਦਸ਼ਮੇਸ਼ ਪਿਤਾ ਜੀ ਨੇ ਦਸਵੰਧ ਨਿਯਤ ਕੀਤਾ ਔਰ ਬਕਾਇਦਾ ਰਹਿਤਨਾਮਿਆਂ ਵਿੱਚ ਬਚਨ ਨੇ, ਦਸਵੰਧ ਗੁਰੂ ਨਾ ਦੇਵਈ ਝੂਠ ਬੋਲ ਜੋ ਖਾਏ, ਕਹੈ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਸ ਨਾ ਬਸਾਏ। ਜਿਹੜਾ ਮਨੁੱਖ ਕਿਰਤ ਕਰਕੇ ਜੋ ਕੁਝ ਕਮਾਉਂਦਾ ਉਹਦੇ ਵਿੱਚੋਂ 10ਵਾਂ ਹਿੱਸਾ ਵੀ ਸਮਾਜ ਸੇਵਾ ਲਈ, ਮਨੁੱਖੀ ਭਲਾਈ ਲਈ ਜਾਂ ਧਰਮ ਕਾਰਜਾਂ ਲਈ ਨਹੀਂ ਕੱਢਦਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਮਨੁੱਖ ਦਾ ਵਿਸ਼ਵਾਸ ਨਹੀਂ ਕਰਦੇ। ਇਵੇਂ ਭਾਈ ਮੱਖਣ ਸ਼ਾਹ ਜੀ ਨੇ ਜਦੋਂ ਬੇੜਾ ਪਾਰ ਹੋਇਆ, ਗੁਰੂ ਨਾਨਕ ਜੋਤ ਦੇ ਅੱਗੇ ਅਰਦਾਸ ਕੀਤੀ ਸੀ। ਜਦੋਂ ਦਿੱਲੀ ਦੀ ਧਰਤੀ ਤੇ ਆਏ, ਪਤਾ ਲੱਗਾ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਨੇ। ਇਸ਼ਾਰਾ ਉਹਨਾਂ ਕੀਤਾ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਰ ਸੰਭਾਲੇ। ਭਾਈ ਮੱਖਣ ਸ਼ਾਹ ਜੀ ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚੇ, ਜਿੱਥੇ 22 ਦੰਭੀ ਪਖੰਡੀ ਗੱਦੀਆਂ ਲਾ ਕੇ ਬੈਠੇ ਸਨ ਤੇ ਬੜੇ ਦੂਰ ਦ੍ਰਿਸ਼ਟੀ ਦੇ ਧਾਰਨੀ ਸਨ, ਭਾਈ ਮੱਖਣ ਸ਼ਾਹ ਜੀ ਸੋਚਣ ਲੱਗੇ ਵੀ ਮੈਂ ਸਵਾਰਥੀ ਸਿੱਖ ਨਹੀਂ ਹਾਂ, ਜੇ ਗੱਲ ਕੇਵਲ ਮੇਰੇ ਬੇੜੇ ਦੀ ਹੁੰਦੀ, ਮੇਰਾ ਬੇੜਾ ਤੇ ਪਾਰ ਹੋ ਗਿਆ, ਮੇਰੀ ਗਰਜ ਪੂਰੀ ਹੋ ਗਈ ਹੈ, ਮੈਂ ਕਿਸੇ ਇੱਕ ਦੇ ਅੱਗੇ ਭੇਟਾ ਰੱਖਾਂ ਤੇ ਵਾਪਸ ਚਲੇ ਜਾਵਾਂ। ਪਰ ਭਾਈ ਮੱਖਣ ਸ਼ਾਹ ਜੀ ਦੇ ਅੰਦਰ ਇੱਕ ਪੰਥ ਦਾ ਦਰਦ ਸੀ ਵੀ ਗੱਲ ਕੇਵਲ ਮੇਰੇ ਬੇੜੇ ਦੀ ਨਹੀਂ, ਇੱਥੇ ਤਾਂ ਸਿੱਖੀ ਦਾ ਬੇੜਾ ਡੁੱਬਣ ਲੱਗਾ, ਕਿਉਂਕਿ ਆ 22 ਨਕਲੀ ਦੰਭੀ ਜਿਹੜੇ ਨੇ ਇਹ ਸਿੱਖੀ ਦੇ ਬੇੜੇ ਵਾਸਤੇ ਖਤਰਾ ਹਨ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਜਿਵੇਂ ਮੇਰਾ ਬੇੜਾ ਪਾਰ ਕੀਤਾ, ਹੁਣ ਉਹਨਾਂ ਨੂੰ ਬੇਨਤੀ ਕਰਨੀ ਆ, ਪਾਤਸ਼ਾਹ ਜੀ ਪ੍ਰਗਟ ਹੋਵੋ ਤੇ ਸਿੱਖੀ ਦੇ ਬੇੜੇ ਨੂੰ ਪਾਰ ਕਰੋ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਇਹ ਬਿਰਧ ਸੀ, ਅਸੀਂ ਉਹਨਾਂ ਦੇ ਬਚਪਨ ਤੋਂ ਹੀ ਵੇਖਦੇ ਹਾਂ, ਕਿਉਂਕਿ ਅੱਜ ਅੰਮ੍ਰਿਤ ਵੇਲੇ ਇਸੇ ਸਥਾਨ ਤੇ ਜੋ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਕਿ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਸਾਹਿਬ ਦੀ ਇਸ ਪਾਵਨ ਧਰਤੀ ਤੇ ਗੁਰੂ ਕੇ ਮਹਿਲਾਂ ਵਿਖੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 1621 ਨੂੰ ਪ੍ਰਕਾਸ਼ ਹੋਇਆ, ਜਿੱਥੇ ਗੁਰੂ ਪਿਤਾ ਦਾ ਹੁਕਮ ਮੰਨਣ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਕੋਈ ਦੇਰੀ ਨਹੀਂ ਸੀ ਕੀਤੀ। ਉੱਥੇ ਪਾਵਨ ਬਾਣੀ ਵਿੱਚ ਜਿਹੜਾ ਸਾਨੂੰ ਉਪਦੇਸ਼ ਦਿੱਤਾ ਹੈ, ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ। ਮਨੁੱਖਾ ਜੀਵਨ ਦੀਆਂ ਜਿਹੜੀਆਂ 3 ਅਵਸਥਾਵਾਂ ਨੇ, ਬਚਪਨ, ਜਵਾਨੀ ਤੇ ਬੁਢੇਪਾ। ਜਿਵੇਂ ਧੁਰ ਕੀ ਬਾਣੀ ਦਾ ਸਿਧਾਂਤ ਹੈ, ਸਵਸਥ ਵਿਵਸਥਾ ਹਰ ਕੀ ਸੇਵਾ, ਮਧਿਅੰਤ ਪ੍ਰਭ ਜਾਪਣ, ਨਾਨਕ ਰੰਗ ਲੱਗਾ ਪਰਮੇਸ਼ਰ, ਬਹੁੜ ਜਨਮ ਨਾ ਛਾਪਣ। ਜਿਹਦਾ ਬਚਪਨ, ਜਿਹਦੀ ਜਵਾਨੀ, ਜਿਹਦਾ ਬੁਢਾਪਾ ਗੁਰੂ ਨਾਲ ਜੁੜ ਗਿਆ, ਪਰਮੇਸ਼ਰ ਨਾਲ ਜੁੜ ਗਿਆ, ਜਿਹੜਾ ਭਗਤੀ ਦੇ ਰੰਗ ਵਿੱਚ ਲੀਨ ਹੋ ਗਿਆ, ਫਿਰ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਬਚਪਨ ਤੋਂ ਹੀ ਜਿਹੜੇ ਗੁਣ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਸਿਖਾਏ ਸਨ ਕਿ ਅਸਲ ਵਿੱਚ ਜਿਹੜਾ ਧਰਮ ਹੈ ਉਹ ਦੂਜਿਆਂ ਦੇ ਡੁੱਬਦੇ ਬੇੜੇ ਪਾਰ ਕਰਨਾ ਹੈ। ਕਿਉਂਕਿ ਜੇ ਅਸੀਂ ਵੇਖੀਏ ਬਹੁਤ ਸਾਰੇ ਲੋਕਾਂ ਦੇ ਤਰਦੇ ਹੋਏ ਬੇੜੇ ਜਿਹੜੇ ਨੇ ਉਹਨਾਂ ਨੂੰ ਡੋਬਣ ਦਾ ਯਤਨ ਕਰਦੇ ਨੇ, ਪਰ ਧਰਮ ਸਾਨੂੰ ਇਹ ਸਿਖਾਉਂਦਾ ਹੈ ਕਿ ਕਿਵੇਂ ਅਸੀਂ ਦੂਸਰੇ ਦੀ ਸਹਾਇਤਾ ਕਰਕੇ, ਕਿਸੇ ਦੀ ਮਦਦ ਕਰਕੇ, ਸੰਕਟ ਵੇਲੇ, ਵਿਪਤਾ ਵੇਲੇ ਅਸੀਂ ਉਹਨੂੰ ਉਸ ਸਮੱਸਿਆ ਦੇ ਵਿੱਚੋਂ ਕੱਢਣਾ ਹੈ।
ਧਰਮ ਸਾਨੂੰ ਇਹ ਵੀ ਸਿਖਾਉਂਦਾ ਜੇ ਭੁੱਖਾ ਲੋੜਵੰਦ ਹੋਵੇ ਤੇ ਉਹਨੂੰ ਖਾਣ ਲਈ ਪ੍ਰਸ਼ਾਦਾ ਦੇਣਾ ਹੈ। ਜੇ ਕੋਈ ਤਨ ਕਰਕੇ ਨੰਗਾ ਹੋਵੇ ਤੇ ਉਹਨੂੰ ਕੱਪੜੇ ਦੇ ਕੇ ਉਹਦਾ ਤਨ ਕੱਜਣਾ ਹੈ। ਜਦੋਂ ਅਜੇ ਛੋਟੀ ਅਵਸਥਾ ਵਿੱਚ ਸਨ, ਗੁਰੂ ਕੇ ਮਹਿਲਾਂ ਤੋਂ ਜਦੋਂ ਬਾਬਾ ਗੁਰਦਿੱਤਾ ਜੀ ਜਿਹੜੇ ਵੱਡੇ ਭਰਾ ਸਨ, ਉਹਨਾਂ ਦੀ ਬਰਾਤ ਇੱਥੋਂ ਸੱਜ ਧੱਜ ਕੇ ਜਦੋਂ ਬਟਾਲੇ ਦੀ ਧਰਤੀ ਵੱਲ ਰਵਾਨਾ ਹੋਣ ਲੱਗੀ ਸੀ ਤੇ ਉਸ ਵੇਲੇ ਸਿਆਲ ਦੀ ਰੁੱਤ ਬਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ, ਜੋ ਪੰਜਾਂ ਭਰਾਵਾਂ ਵਿੱਚੋਂ ਛੋਟੀ ਉਮਰ ਦੇ ਸਨ, ਜਿਨ੍ਹਾਂ ਦੇ ਤਨ ਤੇ ਬੜੀ ਕੀਮਤੀ ਪੁਸ਼ਾਕ ਸੀ, ਜਦੋਂ ਇੱਕ ਛੋਟੇ ਜਿਹੇ ਬੱਚੇ ਨੂੰ ਠਰੂ ਠਰੂ ਕਰਦਿਆਂ ਵੇਖਿਆ ਤੇ ਬਿਨਾਂ ਦੇਰੀ ਦੇ ਆਪਣੇ ਤਨ ਦੀ ਪੁਸ਼ਾਕ ਲਾ ਕੇ ਉਸ ਬੱਚੇ ਨੂੰ ਪਹਿਨਾ ਦਿੱਤੀ। ਇੰਨੇ ਨੂੰ ਕਿ ਮਾਤਾ ਨਾਨਕੀ ਜੀ ਅੱਗੇ ਹੋ ਕੇ ਕੁਝ ਕਹਿੰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਿਆਰ ਦੀ ਗਲਵਕੜੀ ਵਿੱਚ ਲੈ ਕੇ ਕਿਹਾ, ਮੇਰੇ ਪੁੱਤਰ ਨੂੰ ਝਿੜਕਿਓ ਨਾ, ਇਹ ਧਰਮ ਦੀ ਚਾਦਰ ਬਣਨ ਦੀ ਸ਼ੁਰੂਆਤ ਹੈ। ਅੱਜ ਇਹਨਾਂ ਨੇ ਤਨ ਦੇ ਕੱਪੜੇ ਕਿਸੇ ਨੂੰ ਪਹਿਨਾ ਕੇ ਉਹਦੀ ਪੱਤ ਕੱਜੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਲੋੜ ਪਵੇਗੀ ਤੇ ਮੇਰੇ ਇਸ ਪੁੱਤਰ ਨੇ ਧਰਮ ਦੀ ਚਾਦਰ ਬਣ ਕੇ ਮਨੁੱਖਤਾ ਦਾ, ਮਜਲੂਮਾਂ ਦਾ ਜਿਹੜਾ ਪਰਦਾ ਹੈ ਉਹ ਕੱਜਣਾ ਹੈ। ਜਿਵੇਂ ਕਿਰਤ ਦਾ ਜਹਾਜ਼ ਹੈ, ਡੁੱਬਣ ਲੱਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਰ ਕੀਤਾ, ਇਸੇ ਤਰ੍ਹਾਂ ਜਿਹੜੀ ਧਰਮ ਦੀ ਬੇੜੀ ਹੈ ਉਹ ਕਈ ਵਾਰ ਜ਼ਾਲਮ ਲੋਕ, ਹੰਕਾਰੀ ਲੋਕ ਜਿਹੜੇ ਨੇ ਨਾ, ਜਿਹੜੇ ਖੁਦ ਆਪਣੇ ਆਪ ਨੂੰ ਖੁਦਾ ਸਮਝਦੇ ਨੇ, ਉਹ ਯਤਨ ਕਰਦੇ ਨੇ ਕਿ ਜਦੋਂ ਕੋਈ ਇਹ ਜ਼ਿਕਰ ਕਰੇ ਵੀ ਸਾਡੇ ਤੋਂ ਵੀ ਕੋਈ ਵੱਡਾ ਹੈ ਤੇ ਬਸ ਇੱਕ ਖਿਣ ਦੇ ਵਿੱਚ ਦੇਰੀ ਨਹੀਂ ਲਾਉਣੀ ਤੇ ਉਹਦੀ ਬੇੜੀ ਜਿਹੜੀ ਆ ਉਹ ਆਪਾਂ ਡੋਬ ਦੇਣੀ ਹੈ। ਔਰੰਗਜ਼ੇਬ ਜਿਹੜਾ ਅੱਤ ਦਾ ਜ਼ਾਲਮ ਰਾਜਾ ਸੀ, ਜਿਸ ਨੇ ਰਾਜ ਤਖਤ ਤੇ ਬੈਠਦਿਆਂ ਸਭ ਤੋਂ ਪਹਿਲਾਂ ਸਕੇ ਬਾਪ ਨੂੰ ਕੈਦ ਕੀਤਾ, ਭਰਾਵਾਂ ਦਾ ਕਤਲ ਕਰਕੇ ਖੂਨ ਦਾ ਟਿੱਕਾ ਲਾ ਕੇ ਉਹ ਤਖਤ ਨਸ਼ੀਨ ਹੁੰਦਾ। ਰੋਸ਼ਨਾਰਾ ਵਰਗੀ ਭੈਣ ਨੂੰ ਵੀ ਨਹੀਂ ਬਖਸ਼ਿਆ, ਕੈਦਖਾਨੇ ਵਿੱਚ ਪਾ ਦਿੱਤਾ। ਸਕੀ ਬੇਟੀ ਜੇਬੁਲ ਨਿਸਾ ਤੇ ਕਹਿਰ ਢਾਇਆ। ਇੱਕ ਮੁਸਲਮਾਨ ਜਿਹੜਾ ਸਰਮੱਦ ਫਕੀਰ ਕੇਵਲ ਇਹ ਗੱਲ ਕਹਿੰਦਾ ਸੀ, ਔਰੰਗਜ਼ੇਬ ਤੇਰੇ ਤੋਂ ਵੱਡਾ ਵੀ ਇੱਕ ਖੁਦਾ ਹੈ, ਜਿਹਦੇ ਨਾਲ ਜੁੜ ਕੇ ਮੈਂ ਆਪਣੇ ਇਸ ਜੀਵਨ ਦੇ ਵਿੱਚ ਇੰਨਾ ਮਸਤ ਹਾਂ ਕਿ ਮੈਨੂੰ ਤੇਰੇ ਰਾਜ ਭਾਗ ਦਾ ਜਾਂ ਕਿਸੇ ਤਰ੍ਹਾਂ ਤੇਰੀਆਂ ਫੌਜਾਂ ਦਾ ਕੋਈ ਡਰ ਨਹੀਂ। ਬਸ ਇੰਨੀ ਕਹਿਣ ਦੀ ਦੇਰ ਸੀ ਕਿ ਸ਼ਰੇ ਬਾਜ਼ਾਰ ਹੁਕਮ ਦਿੱਤਾ ਔਰੰਗਜ਼ੇਬ ਨੇ ਕਿ ਇਸ ਗੁਸਤਾਖ ਫਕੀਰ ਦਾ ਸਿਰ ਜਿਹੜਾ ਉਹ ਕਲਮ ਕਰ ਦਿਓ। ਕਿਸੇ ਨੇ ਬੜਾ ਸੁੰਦਰ ਲਿਖਿਆ ਵੀ ਜਦੋਂ ਬੇੜੀ ਡੁੱਬਣ ਲੱਗੀ ਤੇ ਪੁੱਛਿਆ ਵੀ ਕਿਉਂ ਡੁੱਬੀ ਹੈ, ਕਹਿਣ ਲੱਗੇ ਡੂਬੀ ਕਿਸ਼ਤੀ ਲਬੇ ਸਾਹਿਲ इतनी सी खता पर के एक ना खुदा को कहा कि खुदा और भी है। ना खुदा कहते ने मलाह नूं भी एक मलाह कहन लगा वेख मैं ਜਿਹੜੇ भी मेरे बेड़ी विच बैठते ने मैं उन्होंने पार करता हाँ। तो बेड़ी विच कोई समझदार बैठा सी, कहन लगा तू ना खुदा मलाह है पर तेरे तो भी एक वड्डा जिन्हों खुदा कहते ने, वो कहन लगा भी मेरे तो वड्डा है। बस इन्नी सुनन दी देर सी, कहते उन्हें बेड़ी सागर विच डोब दिती। औरंगजेब जदों हिंदू धर्म की बेड़ी नूं डोबण लगा सी, किसी कवि ने लिखिया सागर जुल्म दे विच तूफान आया, बेड़ा धर्म दा डावां डोल होया। धक्के शाही विच जान मजलूम कुचले, सच धर्म दा बिस्तरा गोल होया। रिया खौफ नहीं खुदा दा हाकमां नूं, चिड़ियां मौत गवारां दा चोल होया। अज कोई महात्मा सिर दे के रखे धर्म नूं, गुरां दा बोल होया। जदों औरंगजेब हिंदू धर्म की बेड़ी डोबण लगा सी ते उस वेले कश्मीरी पंडितां ने आनंदपुर साहब की धरती ते आके फरियाद कीती सी, हे सतगुरु गुरु तेग बहादुर साहब साडे तिलक नूं खतरा है, जंजू नूं खतरा है, धोती खतरे विच है, बोधी खतरे विच है, धर्म कर्म खतरे विच है। किरपा करो साडी इस डुबदी बेड़ी नूं बचा लवो। तो गुरु तेग बहादुर साहब महाराज ने ऐलान किया सी ये बेड़ी डुबणों बच के पार हो सकती है, पर किसी महापुरख किसी महात्मा के सिर का चप्पू बनाना पवेगा। वो सन गुरु तेग बहादुर साहब जिन्हां ने अपने शीस का चप्पू ला के डुबदी हुई हिंदू धर्म की बेड़ी जिहड़ी सी उहनूं पार किया। किस तरह फरियाद की कश्मीरी पंडितां ने, उहदा जिक्र है साडे इतिहास विच। हाथ जोर कयो किरपा राम, दत्त ब्राह्मण मटन गराम,
हे गुर तेग बहादुर आई, हमरो बल अब रह्यो न काई, गज के बंधन काटन हारे, तुम गुर नानक हो अवतारे। सतगुरु गुरु तेग बहादुर साहब पातशाह जिन्हां ने अपनी पावन बाणी विच मनुखी मनोबल ਨੂੰ ਉੱਚਿਆਂ ਚੁੱਕਣ ਵਾਸਤੇ ਜਿੱਥੇ ਜਿੱਥੇ ਉਹ ਵਿਚਰਦੇ ਸਨ ਉਹਨਾਂ ਦੀ ਬੋਲੀ ਵਿੱਚ ਉਹਨਾਂ ਦੇ ਸੰਕੇਤ ਵਰਤ ਕੇ ਉਹਨਾਂ ਨੂੰ ਬਲਵਾਨ ਬਣਾਇਆ ਤੇ ਇਹ ਸਮਝਾਇਆ ਕਿ ਜਦੋਂ ਪਰਮਾਤਮਾ ਨਾਲ ਜੁੜ ਜਾਈਏ, ਪ੍ਰਭੂ ਤੋਂ ਬਲ ਲੈ ਲਈਏ ਤੇ ਬੰਧਨ ਆਪਣੇ ਆਪ ਟੁੱਟ ਜਾਂਦੇ ਨੇ। ਸਤਿਗੁਰੂ ਜੀ ਦੀ ਬਾਣੀ ਵਿੱਚ ਦ੍ਰਿਸ਼ਟਾਂਤ ਹੈ ਪ੍ਰਹਿਲਾਦ ਦੀ ਦ੍ਰਿੜਤਾ ਦਾ। ਸਤਿਗੁਰੂ ਜੀ ਦੀ ਬਾਣੀ ਵਿੱਚ ਦ੍ਰਿਸ਼ਟਾਂਤ ਹੈ ਧਰੂ ਦੀ ਅਟਲਤਾ ਦਾ। ਸਤਿਗੁਰੂ ਜੀ ਦੀ ਬਾਣੀ ਵਿੱਚ ਦ੍ਰਿਸ਼ਟਾਂਤ ਹੈ ਗੱਜ ਦੀ ਪੁਕਾਰ ਦਾ ਤੇ ਦ੍ਰਿਸ਼ਟਾਂਤ ਹੈ ਹਰਨਾਕਸ਼ਾਂ ਦੀ ਹਾਰ ਦਾ, ਤੰਦੂਏ ਦੀ ਹਾਰ ਦਾ। ਮੇਰੇ ਗਰੀਬ ਨਵਾਜ਼ ਜੀ ਨੇ ਜਦੋਂ ਇਹ ਦ੍ਰਿਸ਼ਟਾਂਤ ਦਿੱਤੇ ਕਿ ਸੱਚ ਤੇ ਨੇਕੀ ਦੀ ਸਦਾ ਜਿੱਤ ਹੁੰਦੀ ਆ, ਝੂਠ ਤੇ ਬਦੀ ਹਮੇਸ਼ਾ ਹਾਰਦੀ ਆ, ਤੁਸੀਂ ਇੰਨੇ ਘਬਰਾਏ ਹੋਏ ਕਿਉਂ? ਕਿਉਂਕਿ ਜਦੋਂ ਬਲ ਛੁਟਕ ਜਾਂਦਾ, ਮਾਲਕ ਅੱਗੇ ਅਰਦਾਸ ਕਰੋ, ਮਾਲਕ ਜ਼ਰੂਰ ਬਲ ਦਿੰਦਾ। ਗਰੀਬ ਨਵਾਜ਼ ਜੀ ਨੇ ਆਪਣੇ ਸਿਰ ਦਾ ਚੱਪੂ ਲਾ ਕੇ ਡੁੱਬਦੀ ਹੋਈ ਹਿੰਦੂ ਧਰਮ ਦੀ ਜਿਹੜੀ ਬੇੜੀ ਸੀ ਉਹਨੂੰ ਪਾਰ ਕੀਤਾ, ਕਿਉਂਕਿ ਉਹਨਾਂ ਨੇ ਫਰਿਆਦ ਕੀਤੀ ਸੀ, ਬਾਂਹ ਸਾਡੀ ਪਕੜੀਏ ਹਰਗੋਬਿੰਦ ਕੇ ਚੰਦ। ਹੇ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ, ਕਿਰਪਾ ਕਰੋ ਸਾਡੀ ਹੁਣ ਬਾਂਹ ਨੂੰ ਪਕੜੋ, ਕਿਉਂਕਿ ਗੁਰ ਤਾਰ ਤਾਰ ਨਹਾਰਿਆ। ਜਦੋਂ ਗੁਰੂ ਦੇ ਅੱਗੇ ਬੇਨਤੀ ਕੀਤੀ ਜਾਂਦੀ ਹੈ ਤੇ ਸਤਿਗੁਰੂ ਫਿਰ ਬਾਂਹ ਪਕੜਦਾ ਹੈ ਨਾ, ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਬਿਰਧ ਹੈ, ਬਾਹਾਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਹਾਂ ਨਾ ਛੋਡੀਐ। ਜਿਹਦੀ ਬਾਂਹ ਗੁਰੂ ਤੇਗ ਬਹਾਦਰ ਸਾਹਿਬ ਜੀ ਪਕੜ ਲੈਂਦੇ ਸਨ, ਫਿਰ ਸਿਰ ਤਾਂ ਕੱਟਿਆ ਜਾ ਸਕਦਾ ਸੀ, ਪਰ ਪਕੜੀ ਹੋਈ ਬਾਂਹ ਨੂੰ ਕਦੇ ਛੱਡਦੇ ਨਹੀਂ ਸਨ, ਉਹਦੀ ਲਾਜ ਜ਼ਰੂਰ ਨਿਭਾਉਂਦੇ ਸਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਮਲਾਹ ਬਣ ਕੇ ਡੁੱਬਦੀਆਂ ਬੇੜੀਆਂ ਨੂੰ ਪਾਰ ਕਰਦੇ ਸਨ, ਉੱਥੇ ਉਹਨਾਂ ਨੇ ਚਾਦਰ ਬਣ ਕੇ ਮਨੁੱਖਤਾ ਦਾ ਪਰਦਾ ਕੱਜਿਆ। ਇਹੀ ਕਾਰਨ ਕਿ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿੱਥੇ ਤਿਲਕ ਜੰਜੂ ਦਾ ਰਾਖਾ ਕਹਿੰਦੇ ਆ, ਉੱਥੇ ਧਰਮ ਦੀ ਚਾਦਰ ਵੀ ਕਿਹਾ ਜਾਂਦਾ। ਇਹ ਠੀਕ ਹੈ ਕਿ ਉਸ ਵੇਲੇ ਦਾ ਮਜਲੂਮ ਹਿੰਦੂ ਸੀ, ਇਸ ਲਈ ਸਤਿਗੁਰੂ ਜੀ ਨੂੰ ਹਿੰਦ ਦੀ ਚਾਦਰ ਵੀ ਕਹਿੰਦੇ ਆ, ਪਰ ਸਤਿਗੁਰੂ ਜੀ ਅਸਲ ਵਿੱਚ ਮਨੁੱਖਤਾ ਦੀ ਚਾਦਰ ਸਨ, ਸ੍ਰਿਸ਼ਟੀ ਦੀ ਚਾਦਰ ਸਨ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰੀ ਕਵੀ ਸੈਨਾਪਤੀ ਜੀ ਨੇ ਗੁਰੂ ਸ਼ੋਭਾ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ੍ਰਿਸ਼ਟੀ ਦੀ ਚਾਦਰ ਕਿਹਾ। ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲ ਯੁਗ ਮੈਂ ਸਾਖੀ, ਸਗਲ ਸ੍ਰਿਸ਼ਟ ਜਾਂਕਾ ਜਸ ਭਇਓ, ਜਿਨ ਤੇ ਸਰਬ ਧਰਮ ਬਚਾਇਓ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰਾਖੀ ਕੀਤੀ, ਮਨੁੱਖਤਾ ਦੀ ਰਾਖੀ ਕੀਤੀ। ਇਸ ਕਰਕੇ ਉਹ ਕੇਵਲ ਹਿੰਦ ਦੀ ਚਾਦਰ ਨਹੀਂ, ਸਗੋਂ ਉਹ ਮਨੁੱਖਤਾ ਦੀ ਚਾਦਰ, ਉਹ ਧਰਮ ਦੀ ਚਾਦਰ ਸਨ। ਇਹੀ ਕਾਰਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹੁਕਮ ਮੰਨ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 1644 ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਏ, ਤੇ ਉਹਨਾਂ ਦਾ ਆਦੇਸ਼ ਸੀ ਕਿ ਤੁਸੀਂ ਆਪਣੇ ਨਾਨਕੇ ਪਿੰਡ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਾ ਕੇ ਨਿਵਾਸ ਕਰੋ, ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਕ ਦੇ ਗੁਣ ਗਾਏ, ਪ੍ਰਭੂ ਦੀ ਬੰਦਗੀ ਵਿੱਚ ਉਹ ਲੀਨ ਹੋਏ, ਤੇ ਹਰ ਪ੍ਰਕਾਰ ਦੀ ਉਹ ਤਿਆਰੀ, ਚਾਹੇ ਘੋੜ ਸਵਾਰੀ ਸੀ, ਚਾਹੇ ਸ਼ਸਤਰ ਵਿਦਿਆ ਸੀ, ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਧਰਮ ਦੀ ਚਾਦਰ ਬਣਨਾ ਸੀ, ਉਸ ਦਿਨ ਤੋਂ ਉਹਨਾਂ ਨੇ ਸ਼ੁਰੂ ਕਰ ਦਿੱਤੀ। ਭਾਈ ਗੁਰਦਾਸ ਜੀ ਨੇ ਜਦੋਂ ਚਾਦਰ ਦੀ ਗੱਲ ਕੀਤੀ ਹੈ, ਉਹ ਚਾਦਰ ਜਿਹੜੀ ਕੇਵਲ ਇੱਕ ਦਾ ਪਰਦਾ ਕੱਜਦੀ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ, ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ, ਉਹ ਚਾਦਰ ਵੇਖੋ ਕਿੰਨਾ ਜਫਰ ਜਾਲਦੀ ਹੈ, ਕਿੰਨੇ ਸੰਘਰਸ਼ ਵਿੱਚੋਂ ਦੀ ਲੰਘਦੀ ਹੈ, ਫਿਰ ਜਾ ਕੇ ਉਹ ਇੱਕ ਦਾ ਪਰਦਾ ਕੱਜਦੀ ਹੈ। ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦਿੱਤਾ, ਕਹਿਣ ਲੱਗੇ ਜਿਵੇਂ ਵਡੇਵੇਂ ਜਿਹੜੇ ਨੇ, ਜਿਹੜਾ ਕਪਾਹ ਦਾ ਬੀਜ ਹੈ ਨਾ, ਮਾਲਵੇ ਦੀ ਧਰਤੀ ਤੇ ਨਰਮਾ ਲੋਕ ਬੀਜਦੇ ਨੇ, ਸਾਡੇ ਇੱਧਰ ਮਾਝੇ ਵਿੱਚ ਆਪਾਂ ਅੱਜ ਤੋਂ 20 ਸਾਲ ਪਹਿਲਾਂ ਵੇਖੀਏ ਤੇ ਕਪਾਹ ਦੀ ਖੇਤੀ ਵੀ ਆਮ ਹੁੰਦੀ ਸੀ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਜਿਹੜਾ ਵਡੇਵੇਂ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਵੇਖੋ ਮਿੱਟੀ ਵਿੱਚ ਜਾਂ ਸਵਾਹ ਦੇ ਵਿੱਚ ਮਸਲਿਆ ਜਾਂਦਾ ਹੈ। ਇਹ ਸੱਚ ਜੇ ਜਿਨ੍ਹਾਂ ਨੇ ਬੁਲੰਦੀਆਂ ਤੇ ਪਹੁੰਚਣਾ ਹੋਵੇ, ਉਹ ਵੀ ਪਹਿਲਾਂ ਆਪਣੇ ਆਪ ਜੀਵਨ ਨੂੰ ਜਿੱਥੇ
ਇਸ ਤਰ੍ਹਾਂ ਪ੍ਰਭੂ ਹੁਕਮਾਂ ਦੇ ਵਿੱਚ ਜੋੜ ਲੈਂਦੇ ਨੇ ਵੀ ਕੰਚਨ ਮਾਟੀ ਮਾਨੇ, ਜੇ ਸਾਹਮਣੇ ਸੋਨਾ ਵੀ ਆਇਆ ਤੇ ਉਹਨੂੰ ਵੀ ਮਿੱਟੀ ਦੇ ਬਰਾਬਰ ਸਮਝਿਆ ਤੇ ਆਪਣੇ ਆਪ ਨੂੰ ਜਿਉਂਦਿਆਂ ਇਸ ਢੰਗ ਦੇ ਨਾਲ ਜੀਵਨ ਦੇ ਵਿੱਚ ਰੱਖਣਾ ਕਿ ਉਸਤਤ ਨਿੰਦਾ ਤੋਂ, ਮਾਨ ਅਪਮਾਨ ਤੋਂ, ਹਰਕ ਸੋਗ ਤੋਂ ਉੱਪਰ ਕਰ ਲੈਣਾ। ਭਾਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੀ ਨਿਰਮਾਣਤਾ ਦੇ ਨਾਲ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਤਿਆਰੀ ਕਰ ਰਹੇ ਸਨ। ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ ਵੜੇਵਾਂ ਸਵਾਹ ਦੇ ਵਿੱਚ ਮਸਲਿਆ, ਉਹਨੂੰ ਮਿੱਟੀ ਵਿੱਚ ਬੀਜਿਆ, ਉਹਦਾ ਬੂਟਾ ਬਣਿਆ, ਉਹਦੇ ਬੂਟੇ ਨੂੰ ਲੱਗੇ ਟੀਂਡੇ, ਜਦੋਂ ਟੀਂਡੇ ਖਿੜੇ ਉਹਦੇ ਵਿੱਚ ਰੂੰ, ਤੇ ਰੂੰ ਜਿਹੜਾ ਸੀ ਸਵਾਣੀਆਂ ਨੇ ਜਾ ਕੇ ਚੁਗਿਆ ਤੇ ਉਸ ਰੂੰ ਨੂੰ ਫਿਰ ਵੇਖੋ ਪਿੰਜਿਆ ਗਿਆ, ਵੇਲਿਆ ਗਿਆ, ਉਹਨੂੰ ਕੱਤਿਆ ਗਿਆ, ਉਹਨੂੰ ਧੋ ਕੇ ਦੁੱਖ ਦੇ ਕੇ ਪਾਹ ਲਾ ਕੇ ਉਹਨੂੰ ਰੰਗਿਆ ਗਿਆ ਤੇ ਫਿਰ ਜਾ ਕੇ ਜਦੋਂ ਉਹਦੇ ਗੋੜੇ ਕੱਤ ਕੇ ਸੂਤ ਤਿਆਰ ਕੀਤਾ ਗਿਆ, ਦਰਜੀ ਆਇਆ, ਉਹਨੇ ਕੈਂਚੀ ਨਾਲ ਕੱਟਿਆ ਤੇ ਸੂਈ ਧਾਗੇ ਨਾਲ ਸਿਉਇਆ, ਫਿਰ ਜਾ ਕੇ ਇੱਕ ਚਾਦਰ ਬਣੀ ਜਿਹੜੀ ਕੇਵਲ ਇੱਕ ਦਾ ਪਰਦਾ ਕੱਜਦੀ ਹੈ। ਚਾਦਰ ਉਹ ਕੱਪੜਾ ਜਿਹੜਾ ਸਿਰ ਤੋਂ ਪੈਰਾਂ ਤੱਕ ਸਾਡਾ ਪਰਦਾ ਕੱਜ ਲੈਂਦਾ। ਭਾਈ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ, ਹੋਏ ਵੜੇਵਾਂ ਜੱਗ ਵਿੱਚ ਤਨ ਬੀਜੈ ਖੇ ਨਾਲ ਰਲਾਇਆ, ਬੂਟੀ ਹੋਏ ਕਪਾਹ ਦੀ ਟੀਂਡੇ ਹੱਸ ਹੱਸ ਆਪ ਖੜਾਇਆ, ਦੋ ਮਿਲ ਵੇਲਣ ਵੇਲਿਆ, ਲੂ ਲੂ ਕਰਕੇ ਤੁੰਬ ਤੰਬਾਇਆ, ਪਿੰਜਣ ਪਿੰਜ ਪੰਜਾਇਆ, ਕਰ ਕਰ ਗੋੜੀ ਸੂਤ ਕਤਾਇਆ। ਭਾਈ ਸਾਹਿਬ ਜੀ ਨੇ ਸਾਰਾ ਜ਼ਿਕਰ ਕੀਤਾ, ਕਹਿਣ ਲੱਗੇ ਫਿਰ ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਵਾਇਆ, ਲੱਜਣ ਕੱਜਣ ਹੋਏ ਕਜਾਇਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਹੜੇ ਚਾਦਰ ਸਨ, ਪਰ ਕੇਵਲ ਹਿੰਦ ਦੀ ਨਹੀਂ, ਧਰਮ ਦੀ, ਸਗੋਂ ਮਨੁੱਖਤਾ ਦੀ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਸਤਿਗੁਰ ਤੇਗ ਬਹਾਦਰ ਦੇ ਬਾਝ ਹਿੰਦ ਤੇ, ਚਾਦਰ ਕਿਸੇ ਕੀ ਪ੍ਰੇਮ ਦੀ ਤਾਨਣੀ ਹੈ, ਉਸ ਪਿਆਰੇ ਸਤਿਗੁਰੂ ਦਾ ਸੀਸ ਤੱਕ ਕੇ ਸੀਨਾ ਹੋ ਰਿਹਾ ਛਾਨਣੀ ਛਾਨਣੀ ਏ, ਕਰਨੀ ਵਾਲੇ ਦੀ ਕਰਨੀ ਦੀ ਮਿਹਰਬਾਨੀ, ਪਰਲੋ ਤੀਕ ਸੰਸਾਰ ਨੇ ਜਾਣਨੀ ਏ, ਚਾਨਣ ਅੱਜ ਵੀ ਉਹਦਾ ਸੰਸਾਰ ਅੰਦਰ, ਜਿਹਦੀ ਚਾਂਦਨੀ ਚੌਂਕ ਵਿੱਚ ਚਾਨਣੀ ਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਐਵੇਂ ਡੁੱਬਦੀ ਹੋਈ ਹਿੰਦੂ ਧਰਮ ਦੀ ਜਿਹੜੀ ਬੇੜੀ ਸੀ ਉਸ ਨੂੰ ਪਾਰ ਕੀਤਾ। ਤੀਸਰੀ ਹੈ ਸਾਡੀ ਜਿੰਦ ਰੂਪੀ ਬੇੜੀ, ਜਿਹੜੀ ਕਦੇ ਵਕਾਰਾਂ ਵਿੱਚ ਡੁੱਬਦੀ ਆ, ਕਦੇ ਪਦਾਰਥਾਂ ਦੇ ਲੋਭ ਵਿੱਚ ਗੋਤੇ ਖਾਂਦੀ ਹੈ। ਜਦੋਂ ਇਸ ਤਰ੍ਹਾਂ ਸਾਡੀ ਜੀਵਨ ਰੂਪੀ ਬੇੜੀ ਨੂੰ ਖਤਰਾ ਬਣਦਾ ਹੈ ਨਾ, ਤੇ ਮੇਰੇ ਸਤਿਗੁਰੂ ਜੀ ਪਹਿਲਾਂ ਉਸ ਸਮੱਸਿਆ ਦਾ ਜ਼ਿਕਰ ਕਰਦੇ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਜਿੱਥੇ ਤਿਆਗ, ਵੈਰਾਗ ਤੇ ਅਨੁਰਾਗ ਹੈ, ਉੱਥੇ ਪ੍ਰਸ਼ਨੋਤਰੀ ਵੀ ਹੈ। ਆਪ ਹੀ ਸਤਿਗੁਰੂ ਜੀ ਪ੍ਰਸ਼ਨ ਕਰਦੇ ਨੇ ਤੇ ਆਪ ਹੀ ਉੱਤਰ ਦਿੰਦੇ ਨੇ। ਆਪ ਹੀ ਉਹਨਾਂ ਨੇ ਮਨੁੱਖੀ ਸਮੱਸਿਆਵਾਂ ਦਾ ਜ਼ਿਕਰ ਕੀਤਾ ਤੇ ਆਪ ਹੀ ਉਹਨਾਂ ਦਾ ਸਮਾਧਾਨ ਔਰ ਹੱਲ ਵੀ ਦੱਸਿਆ। ਕੇਵਲ ਦੱਸਿਆ ਨਹੀਂ, ਉਹ ਹੱਲ ਕੀਤਾ ਵੀ ਹੈ। ਸਤਿਗੁਰੂ ਜੀ ਜਦੋਂ ਮਨੁੱਖਾ ਜੀਵਨ ਰੂਪੀ ਬੇੜੀ ਦੀ ਗੱਲ ਕਰਦੇ ਨੇ ਨਾ, ਤੇ ਉੱਥੇ ਪ੍ਰਸ਼ਨ ਕਰਦੇ ਨੇ, ਕੌਣ ਕਰਮ ਵਿਦਿਆ ਕਉ ਕੈਸੀ, ਧਰਮ ਕੌਣ ਪੁਨ ਕਰੀ, ਕੌਣ ਨਾਮ ਗੁਰ ਜਾਕੈ ਸਿਮਰੈ, ਭਵ ਸਾਗਰ ਕੋ ਤਰੀ। ਉਹ ਕਿਹੜਾ ਕਰਮ ਹੈ, ਕਿਹੜੀ ਵਿਦਿਆ ਹੈ, ਉਹ ਕਿਹੜਾ ਧਰਮ ਹੈ, ਉਹ ਕਿਹੜਾ ਨਾਮ ਹੈ ਜਿਹਨੂੰ ਜਪ ਕੇ ਭਵ ਸਾਗਰ ਤੋਂ ਮਨੁੱਖੀ ਜਿੰਦ ਪਾਰ ਹੋ ਸਕਦੀ ਹੈ। ਤੇ ਫਿਰ ਇਹਦਾ ਉੱਤਰ ਲੈਣ ਲਈ ਸਾਨੂੰ ਕਿਤੇ ਹੋਰ ਨਹੀਂ ਭੇਜਿਆ, ਆਪ ਹੀ ਇਹਦਾ ਉੱਤਰ ਦਿੱਤਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਇਹ ਭਵ ਸਾਗਰ ਉਹ ਮਨੁੱਖ ਤਰ ਸਕਦਾ ਜਿਹੜਾ ਪ੍ਰਮਾਤਮਾ ਦੇ ਗੀਤ ਗਾਵੇਗਾ। ਮਨ ਮੂਰਖ ਅਜਹੂ ਨ ਸਮਝਤ, ਸਿੱਖਦਾ ਹਾਰਿਓ ਨੀਤ, ਨਾਨਕ ਭਉਜਲ ਪਾਰ ਪਰੇ, ਜੋ ਗਾਵੇ ਪ੍ਰਭ ਕੇ ਗੀਤ। ਜਿਹੜਾ ਪ੍ਰਭੂ ਦੇ ਗੀਤ ਗਾਵੇਗਾ, ਜਿਹੜਾ ਮਾਲਕ ਦੀ ਸਿਫਤ ਸਲਾਹ ਕਰੇਗਾ, ਕਿਉਂਕਿ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਵੇ। ਇਹ ਸਾਗਰ ਉਹ ਤਰ ਸਕਦਾ ਜਿਹੜਾ ਮਾਲਕ ਦੇ, ਹਰੀ ਦੇ, ਪਰਮੇਸ਼ਰ ਦੇ ਗੁਣ ਗਾਵੇ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਬਾਰ-ਬਾਰ ਪ੍ਰੇਰਨਾ ਕੀਤੀ ਆ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਹੇ ਭਾਈ, ਮਾਲਕ ਦੇ ਗੁਣ ਗਾਉਣੇ ਸਨ ਪਰ ਨਹੀਂ ਗਾਏ, ਜਨਮ ਜਿਹੜਾ ਹੈ ਉਹ ਵਿਅਰਥ ਜਾ ਰਿਹਾ। ਇਸ ਕਰਕੇ ਮਾਲਕ ਦੇ ਗੁਣ ਗਾਉਣੇ ਚਾਹੀਦੇ ਨੇ। ਔਰ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਵਿੱਚ ਜਗਿਆਸੂ ਨੂੰ ਸੰਬੋਧਨ ਹੋ ਕੇ ਕਿਧਰੇ ਮਾਈ ਸ਼ਬਦ ਵਰਦੇ ਨੇ, ਅਰਥ ਭਾਵੇਂ ਕਰਾਂਗੇ ਹੇ ਮਾਂ, ਕਿਧਰੇ ਸ਼ਬਦ ਵਰਦੇ ਨੇ ਸਾਧੋ, ਅਰਥ ਕਰਾਂਗੇ ਸਾਧੂ ਪੁਰਸ਼ ਭਲੇ ਪੁਰਖ। ਪਰ ਸਮੁੱਚੇ ਰੂਪ ਦੇ ਵਿੱਚ ਇਹ ਜਗਿਆਸੂ ਨੂੰ, ਜੀਵ ਨੂੰ ਉਪਦੇਸ਼ ਹੈ।
ਤੇ ਸਤਿਗੁਰੂ ਗਰੀਬ ਨਵਾਜ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਇਹ ਸ਼ਬਦ ਵਰਤਿਆ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। हे ਸਾਧੂ ਜਨੋ, हे ਭਲੇ ਪੁਰਸ਼ੋ, हे ਸਾਧਨਾ ਕਰਨ ਵਾਲੇ ਜਗਿਆਸੂ ਜਨੋ, ਤੁਸੀਂ ਗੋਬਿੰਦ ਪਰਮਾਤਮਾ ਦੇ ਉਸ ਹਰੀ ਪਰਮੇਸ਼ਰ ਦੇ ਗੁਣ ਗਾਉਣਾ ਕਰੋ, ਕਿਉਂਕਿ ਆ ਮਨੁੱਖਾ ਜੀਵਨ ਬੜਾ ਅਮੋਲਕ ਹੈ, ਬੜਾ ਬੇਸ਼ਕੀਮਤੀ ਹੈ। ਇਹ ਬੜੀ ਲੰਮੀ ਭਟਕਣਾ ਤੋਂ ਬਾਅਦ ਪ੍ਰਾਪਤ ਹੋਇਆ ਹੈ। ਹੁਣ ਵੇਖਿਓ ਕਿਤੇ ਮਾਲਕ ਦੇ ਗੁਣ ਗਾਉਣ ਤੋਂ ਬਿਨਾਂ, ਪ੍ਰਭੂ ਦੀ ਬੰਦਗੀ ਕਰਨ ਤੋਂ ਬਿਨਾਂ ਇਹ ਕਿਤੇ ਵਿਅਰਥ ਨਾ ਚਲਿਆ ਜਾਵੇ। ਤੇ ਨਾਲ ਸਤਿਗੁਰੂ ਜੀ ਸਾਨੂੰ ਸੁਚੇਤ ਵੀ ਕਰਦੇ ਨੇ ਕਿ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਜਿਵੇਂ ਕਿਸੇ ਤਿੜਕੇ ਘੜੇ ਦੇ ਵਿੱਚ ਪਾਣੀ ਹੋਵੇ ਤੇ ਇੱਕ ਇੱਕ ਬੂੰਦ ਉਹਦੇ ਵਿੱਚੋਂ ਟਪਕਦੀ ਆ ਤੇ ਆਖਰੀ ਬੂੰਦ ਦੇ ਨਾਲ ਉਹ ਘੜਾ ਖਾਲੀ ਹੋ ਜਾਂਦਾ ਹੈ। ਇਵੇਂ ਸਾਡੇ ਸਰੀਰ ਦੇ ਅੰਦਰ ਜਿਹੜੇ ਸਵਾਸ ਨੇ, ਇੱਕ ਇੱਕ ਸਵਾਸ ਕਰਕੇ ਜਦੋਂ ਸਮਾਂ ਬਤੀਤ ਹੁੰਦਾ ਜਾਵੇਗਾ ਤੇ ਸਾਹਿਬ ਕਹਿੰਦੇ ਇੱਕ ਸਮਾਂ ਐਸਾ ਆਉਣਾ ਜਦੋਂ ਆਖਰੀ ਸਵਾਸ ਨਾਲ ਤੇਰੇ ਜੀਵਨ ਦਾ ਅੰਤ ਹੋ ਜਾਣਾ। ਇਸ ਕਰਕੇ ਤੂੰ ਇਸ ਮਨੁੱਖਾ ਜੀਵਨ ਦੀ ਜਿਹੜੀ ਮਨੋਰਥ ਹੈ, ਜੋ ਅਮੋਲਕਤਾ ਹੈ, ਜੋ ਇਹਦੀ ਕੀਮਤ ਹੈ, ਉਸ ਦੀ ਕਦਰ ਕਰਦਾ ਹੋਇਆ ਉਸ ਮਾਲਕ ਦੇ ਗੁਣਾਂ ਨੂੰ ਗਾਇਨ ਕਰ, ਉਹਦੀ ਭਗਤੀ ਦੇ ਵਿੱਚ ਜੁੜ। ਕਿਉਂਕਿ ਜੇ ਉਹਦੀ ਭਗਤੀ ਵਿੱਚ ਜੁੜੇਗਾ ਫਿਰ ਤੈਨੂੰ ਮਨੁੱਖਾ ਜਿਹੜੀ ਸਰੀਰ ਦੇਹ ਹੈ ਇਹਦੇ ਵਿੱਚ ਮਨੁੱਖਾਂ ਵਾਲੀ ਪਦਵੀ ਤੈਨੂੰ ਪ੍ਰਾਪਤ ਹੋਵੇਗੀ। ਹੁਣ ਉਵੇਂ ਆਪਾਂ ਸਾਰੇ ਇਹ ਕਹੀ ਜਾਂਦੇ ਹਾਂ ਕਿ ਅਸੀਂ ਮਨੁੱਖ ਹਾਂ, ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਨੁੱਖ ਹੋਣ ਦਾ ਹੱਕ ਉਹਨੂੰ ਦਿੰਦੇ ਨੇ ਜਿਹੜੇ ਪਰਮਾਤਮਾ ਦਾ ਗੁਣ ਗਾਉਂਦੇ ਨੇ। ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਸਭ ਕਹਿੰਦੇ ਮਨੁੱਖਾ ਦੇਹੀ ਤਾਂ ਪਾ ਲਈ, ਪਰ ਮਨੁੱਖਾ ਪਦਵੀ ਤਾਂ ਮਿਲਣੀ ਹੈ ਜੇ ਮਾਲਕ ਦੇ ਗੁਣ ਗਾਵੇਂਗਾ, ਜੇ ਪ੍ਰਭੂ ਦੀ ਬੰਦਗੀ ਵਿੱਚ ਲੀਨ ਹੋਵੇਂਗਾ। ਤੇ ਜੇ ਤੇਰੇ ਜੀਵਨ ਦੇ ਵਿੱਚੋਂ ਗੁਰੂ ਦੀ ਸੇਵਾ, ਪਰਮਾਤਮਾ ਦੀ ਭਗਤੀ ਮਨਫੀ ਕਰ ਲਈਏ ਤੇ ਮਗਰ ਜੋ ਬਚਦਾ ਉਹ ਪਸ਼ੂ ਬਿਰਤੀਆਂ ਨੇ, ਉਹ ਪੱਥਰ ਬਿਰਤੀਆਂ ਨੇ। ਤੇ ਪਸ਼ੂ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੱਸਿਆ, ਜਿਵੇਂ ਸੂਰ ਤੇ ਜਿਵੇਂ ਹੋਰ ਬੜੀਆਂ ਨਖਿੱਧ ਜੂਨਾਂ, ਕੁੱਤੇ ਆਦਿਕ, ਤੇਰਾ ਇਹ ਮਨੁੱਖਾ ਜੀਵਨ ਉਹਨਾਂ ਤੋਂ ਵੀ ਬਦਤਰ ਹੋ ਜਾਂਦਾ ਹੈ। ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਤੂੰ ਮਨੁੱਖ ਤੋਂ ਪਸ਼ੂ ਬਿਰਤੀ ਵਾਲਾ ਬਣ ਜਾਵੇਂਗਾ ਜੇ ਤੇਰੀ ਜ਼ਿੰਦਗੀ ਵਿੱਚੋਂ ਭਗਤੀ ਮਾਈਨਸ ਕਰ ਲਈ। ਜਦੋਂ ਅਸੀਂ ਪੜ੍ਹਦੇ ਹਾਂ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਤੇ ਸਾਡੇ ਮਨਾਂ ਵਿੱਚ ਵਿਚਾਰ ਆਉਂਦੀ ਹੈ ਕਿ ਸਤਿਗੁਰੂ ਜੀ ਨੇ ਪੱਥਰਾਂ ਨੂੰ ਤਾਰਿਆ, ਪ੍ਰੇਤਾਂ ਨੂੰ ਤਾਰਿਆ, ਪਸ਼ੂਆਂ ਨੂੰ ਤਾਰਿਆ। ਪਰ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਨ ਤੋਂ ਇਹ ਪਤਾ ਲੱਗਦਾ ਕਿ ਉਹ ਪਸ਼ੂ ਅਸੀਂ ਹਾਂ, ਉਹ ਪ੍ਰੇਤ ਅਸੀਂ ਹਾਂ, ਉਹ ਪੱਥਰ ਬਿਰਤੀਆਂ ਵਾਲੇ ਅਸੀਂ ਹਾਂ, ਜਿਨ੍ਹਾਂ ਦਾ ਸਤਿਗੁਰੂ ਜੀ ਨੇ ਭਵ ਸਾਗਰ ਤੋਂ ਪਾਰ ਉਤਾਰਾ ਕੀਤਾ। ਕਿਉਂਕਿ ਜਦੋਂ ਸਾਡੇ ਜੀਵਨ ਵਿੱਚੋਂ ਭਗਤੀ ਮਨਫੀ ਕਰ ਲਈ ਤੇ ਅਸੀਂ ਪਸ਼ੂ ਬਣ ਗਏ। ਇਸੇ ਤਰ੍ਹਾਂ ਪੱਥਰ ਬਿਰਤੀ ਕੀ ਹੈ? ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ਿਕਰ ਕੀਤਾ, ਜੈਸੇ ਪਾਹਨ ਜਲ ਮੈਂ ਰਾਖਿਓ, ਭੇਦਾ ਨਾਹੇ ਤੇ ਪਾਣੀ, ਤੈਸੇ ਹੀ ਤੁਮ ਤਾਹੇ ਪਛਾਨੋ ਭਗਤਹੀਨ ਜੋ ਪ੍ਰਾਨੀ। ਜਿਵੇਂ ਇੱਕ ਪੱਥਰ ਨੂੰ ਲੰਮਾ ਸਮਾਂ ਪਾਣੀ ਵਿੱਚ ਰੱਖਿਆ ਹੋਵੇ ਤੇ ਪਾਣੀ ਵਿੱਚ ਰਹਿ ਕੇ ਵੀ ਉਹ ਭਿੱਜਦਾ ਨਹੀਂ, ਅੰਦਰੋਂ ਕਠੋਰ ਹੀ ਰਹਿੰਦਾ। ਜਿਸ ਮਨੁੱਖਾ ਜੀਵਨ ਦੇ ਵਿੱਚੋਂ ਭਗਤੀ ਮਾਈਨਸ ਹੋ ਗਈ, ਸਾਹਿਬ ਕਹਿੰਦੇ ਉਹ ਕੇਵਲ ਇੱਕ ਪੱਥਰ ਦੀ ਤਰ੍ਹਾਂ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ ਕਿ ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ ਰਹਾਓ। ਅੱਗੇ ਉਸ ਪਰਮਾਤਮਾ ਦੇ ਗੁਣਾਂ ਦਾ ਜ਼ਿਕਰ ਕਰਦੇ ਨੇ। ਪਤਤ ਪੁਨੀਤ ਦੀਨ ਬੰਦ ਹਰ, ਸ਼ਰਨ ਤਾਹੇ ਤੁਮ ਆਵੋ। ਉਹ ਪ੍ਰਭੂ ਇੱਕ ਤਾਂ ਜਿਹੜੇ ਜੀਵ ਪਤਤ ਨੇ, ਪਤਤ ਦਾ ਮਤਲਬ ਹੁੰਦਾ ਡਿੱਗੇ ਹੋਏ, ਚਾਹੇ ਦੁਨਿਆਵੀ ਤੌਰ 'ਤੇ ਕੋਈ ਔਗਣਾ ਵਿੱਚ, ਕੋਈ ਵਕਾਰਾਂ ਵਿੱਚ ਡਿੱਗਿਆ ਪਿਆ, ਜਾਂ ਕੋਈ ਮਨੁੱਖੀ ਅਵਸਥਾ ਤੋਂ ਥੱਲੇ ਡਿੱਗ ਪਿਆ, ਪਸ਼ੂ ਬਿਰਤੀਆਂ ਵੱਲ ਚਲਿਆ ਗਿਆ, ਤੇ ਜਾਂ ਜਿਨ੍ਹਾਂ ਨੂੰ ਲੋਕੀ ਪਤਤ ਜਾਤ ਜਾਂ ਫਾਲਨ ਕਾਸਟ ਕਹਿੰਦੇ ਸਨ। ਮੇਰਾ ਪਰਮਾਤਮਾ ਜਿਹਦਾ ਬਿਰਧ ਹੈ ਕਿ ਜਿਹੜਾ ਉਹਦੇ ਗੁਣ ਗਾਵੇਗਾ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਾਗਾਏ। ਭਾਵੇਂ ਲੋਕੀ ਉਹਦੀ ਜਾਤ ਨੂੰ ਫਾਲਨ ਕਾਸਟ, ਡਿੱਗੀ ਹੋਈ ਪਤਤ ਜਾਤ ਕਹਿਣ, ਤੇ ਚਾਹੇ ਪਤਤ ਅਜਾਮਲ ਪਾਪ ਕਰ ਜਾਏ ਕਲਾਵਤਣੀ ਦੇ ਰਹਿਆ, ਚਾਹੇ ਗਨਕਾ ਪਾਪਣ ਹੋਏ ਕੇ ਦਾ ਜ਼ਿਕਰ ਵੀ ਕੀਤਾ। ਇਹ ਸਾਰੇ ਜਿਹੜੇ ਪਤਤ ਸਨ, ਜਦੋਂ ਇਹਨਾਂ ਨੇ ਮਾਲਕ ਦੇ ਗੁਣ ਗਾਏ ਤੇ ਮਾਲਕ ਨੇ
ਇਹਨਾਂ ਦਾ ਪਾਰ ਉਤਾਰਾ ਕਰ ਦਿੱਤਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਕੇਤ ਵਰਤੇ, ਕਹਿਣ ਲੱਗੇ ਵੇਖੋ ਤੁਹਾਡੀਆਂ ਇਹ ਸਾਖੀਆਂ ਨੇ, ਤੁਸੀਂ ਇਹ ਸਾਖੀਆਂ ਸੁਣ ਕੇ ਪੜ੍ਹ ਕੇ ਵੀ ਪਰਮਾਤਮਾ ਤੇ ਵਿਸ਼ਵਾਸ ਨਹੀਂ ਕਰਦੇ। ਕੀ ਤੁਹਾਡੇ ਨਾਲੋਂ ਇਹ ਪਾਪੀ, ਤੁਹਾਡੇ ਨਾਲੋਂ ਇਹ ਪਸ਼ੂ ਜਿਹੜੇ ਪਰਮਾਤਮਾ ਨਾਲ ਜੁੜ ਕੇ ਆਪਣਾ ਪਾਰ ਉਤਾਰਾ ਕਰ ਗਏ, ਕੀ ਤੁਸੀਂ ਇਹਨਾਂ ਤੋਂ ਵੀ ਨੀਵੇਂ ਹੋ? ਜੇ ਇਹਨਾਂ ਦਾ ਪਾਰ ਉਤਾਰਾ ਹੋਇਆ ਤੇ ਤੁਸੀਂ ਮਾਲਕ ਤੇ ਭਰੋਸਾ ਕਿਉਂ ਨਹੀਂ ਕਰਦੇ? ਸਾਹਿਬ ਕਹਿੰਦੇ ਮੈਂ ਤੇ ਕੀਤਾ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂੰ ਗਤ ਪਾਈ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਤਾਂਕੋ ਦੁਖ ਹਰਿਓ ਕਰੁਣਾਮੈ ਆਪਣੀ ਪੈਜ ਵਡਾਈ। ਜਿਹ ਨਰ ਜਸ ਕਿਰਪਾ ਨਿਧ ਗਾਇਓ, ਤਾਂਕੋ ਭਇਓ ਸਹਾਈ। ਕਹੋ ਨਾਨਕ ਮੈਂ ਇਹੀ ਭਰੋਸਾ, ਗਹੀ ਆਨ ਸ਼ਰਨਾਈ। ਸਾਹਿਬ ਕਹਿੰਦੇ ਮੈਂ ਭਰੋਸਾ ਕਰ ਲਿਆ ਵੀ ਜੇ ਉਹ ਗਨਕਾ ਦਾ, ਉਹ ਅਜਾਮਲ ਦਾ ਉਧਾਰ ਕਰ ਸਕਦਾ, ਜੇ ਉਹ ਗੱਜ ਦੀ ਪੁਕਾਰ ਸੁਣ ਸਕਦਾ, ਜੇ ਉਹ ਭਗਤ ਪ੍ਰਹਲਾਦ, ਭਗਤ ਧਰੂ ਦੀ ਪੁਕਾਰ ਸੁਣ ਕੇ ਹਰਨਾਕਸ਼ਾਂ ਨੂੰ ਪਛਾੜ ਸਕਦਾ, ਤੰਦੂਏ ਨੂੰ ਪਛਾੜ ਸਕਦਾ, ਗੱਜ ਦੀ ਪੁਕਾਰ ਸੁਣ ਸਕਦਾ, ਤੇ ਤੁਹਾਡੀ ਪੁਕਾਰ ਵੀ ਉਹ ਜ਼ਰੂਰ ਸੁਣੇਗਾ। ਕਿਉਂਕਿ ਉਹਦਾ ਇਹ ਆਦਿ ਕਾਲ ਤੋਂ ਬਿਰਧ ਜਿਹੜਾ ਹੈ ਉਹ ਚੱਲਿਆ ਆ ਰਿਹਾ ਕਿ ਪਤਤ ਪੁਨੀਤ ਦੀਨ ਬੰਦ ਹਰ। ਉਹ ਪਤਤ ਲੋਕਾਂ ਨੂੰ ਪਵਿੱਤਰ ਕਰਨ ਵਾਲਾ, ਦੀਨ ਬੰਧੂ, ਦੀਨਾਂ ਦੀ ਰੱਖਿਆ ਕਰਨ ਵਾਲਾ। ਸ਼ਰਨ ਤਾਹੇ ਤੁਮ ਆਵੋ, ਤੇ ਤੂੰ ਵੀ ਇਹ ਭਾਈ ਜਾਂ ਤੁਸੀਂ ਵੀ ਇਹ ਸਾਧੂ ਜਨੋ, ਜਗਿਆਸੂ ਜਨੋ, ਤੁਸੀਂ ਵੀ ਉਸ ਪਰਮਾਤਮਾ ਦੀ ਸ਼ਰਨ ਵਿੱਚ ਆਉਣਾ ਕਰੋ। ਕਿਉਂਕਿ ਗੱਜ ਕੋ ਤਰਾਸ ਮਿਟਿਓ ਜੇ ਸਿਮਰਤ, ਤੁਮ ਕਾਹੇ ਬਿਸਰਾਵੋ। ਸਾਖੀ ਇਹ ਸੁਣਾਉਂਦੇ ਹੋ ਵੀ ਗੱਜ ਦੀ ਪੁਕਾਰ ਸੁਣੀ, ਉਹਦਾ ਡਰ ਖਤਮ ਹੋ ਗਿਆ, ਤੇ ਤੁਸੀਂ ਰੱਬ ਨੂੰ ਵਿਸਾਰੀ ਬੈਠੇ ਹੋ, ਰੱਬ ਤੇ ਭਰੋਸਾ ਨਹੀਂ ਰੱਖਦੇ। ਕਿਉਂਕਿ ਇਹ ਸਚਾਈ ਹੈ ਕਿ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਜਦੋਂ ਬਲ ਛੁਟਕ ਜਾਏ, ਕੋਈ ਉਪਾਓ ਹੀਲਾ ਨਾ ਹੋਵੇ, ਤੇ ਉਸ ਵੇਲੇ ਮਾਲਕ ਦੇ ਅੱਗੇ ਪੁਕਾਰ ਕਰੋ। ਜਿਵੇਂ ਮਾਲਕ ਉਸ ਗੱਜ ਹਾਥੀ ਦੀ ਪੁਕਾਰ ਸੁਣ ਕੇ, ਜਿਵੇਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਦੁਖਤ ਗਜਿੰਦ ਅਰਬਿੰਦ ਗੈ ਭੇਟ ਰਾਖੈ, ਤਾਂਕੈ ਕਾਜੈ ਚੱਕਰਪਾਨ ਆਏ ਗਰਸੇ ਗਰਾ ਜੀ। ਉਸ ਪੁਕਾਰ ਨੂੰ ਸੁਣ ਕੇ ਮੇਰੇ ਮਾਲਕ ਨੇ ਤੰਦੂਏ ਤੋਂ ਰਾਤ ਦਵਾਈ ਸੀ ਇੱਕ ਹਾਥੀ ਨੂੰ। ਤੇ ਮੇਰੇ ਸਤਿਗੁਰੂ ਜੀ ਨੇ ਉਦਾਹਰਨਾਂ ਦਿੱਤੀਆਂ ਕਿ ਤੁਸੀਂ ਵੀ ਉਸ ਪ੍ਰਮਾਤਮਾ ਦੇ ਅੱਗੇ ਫਰਿਆਦ ਕਰੋ। ਜਦੋਂ ਉਹਦੇ ਤੋਂ ਬਲ ਮਿਲੇਗਾ ਤੇ ਫਿਰ ਬਲ ਹੁਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੈ ਹਾਥ, ਮੈਂ ਤੁਮ ਹੀ ਹੋਤ ਸਹਾਈ। ਸਾਹਿਬ ਕਹਿੰਦੇ ਉਦਾਹਰਨਾਂ ਸੰਕੇਤ ਤੁਹਾਡੇ, ਪਰ ਇਹ ਸੁਣ ਕੇ ਮੈਂ ਆਪਣੇ ਰੱਬ ਤੇ ਏਡਾ ਵੱਡਾ ਵਿਸ਼ਵਾਸ ਕੀਤਾ ਕਿ ਮੇਰਾ ਮਾਲਕ ਜੋ ਹਰ ਵੇਲੇ ਮੇਰੀ ਸਹਾਇਤਾ ਕਰਨ ਵਾਲਾ, ਜਦੋਂ ਸਾਰੇ ਸਾਥ ਛੱਡ ਜਾਣ, ਜਦੋਂ ਕੋਈ ਵੀ ਮਦਦਗਾਰ ਨਾ ਬਣੇ, ਜਿੱਥੇ ਕਿਸੇ ਦੀ ਵੀ ਪਹੁੰਚ ਨਾ ਹੋਵੇ, ਉੱਥੇ ਮੇਰਾ ਮਾਲਕ ਆ ਕੇ ਮਦਦਗਾਰ ਬਣਦਾ, ਉਹ ਸਹਾਈ ਹੁੰਦਾ ਹੈ। ਇਸ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੱਤੀ ਹੈ, ਤਜ ਅਭਿਮਾਨ ਮੋਹ ਮਾਇਆ ਪੁਨ ਭਜਨ ਰਾਮ ਚਿਤ ਲਾਵੋ। ਇੱਕ ਤਾਂ ਆਪਣੀ ਜ਼ਿੰਦਗੀ ਵਿੱਚੋਂ ਹੰਕਾਰ ਛੱਡੋ, ਦੂਸਰਾ ਜੋ ਮਾਇਆ ਦਾ ਮੋਹ ਹੈ ਇਹਦੀ ਪਕੜ ਤੋਂ ਉੱਪਰ ਉਠੋ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਜੋ 59 ਸ਼ਬਦ ਤੇ 57 ਸ਼ਲੋਕ ਨੇ, ਉਹਨਾਂ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ। ਸਭ ਕਹਿੰਦੇ ਜੇ ਤਿਆਗਣਾ ਹੈ ਤੇ ਜੀਵਨ ਵਿੱਚੋਂ ਹੰਕਾਰ ਤਿਆਗੋ, ਜੀਵਨ ਵਿੱਚੋਂ ਬੁਰਾਈਆਂ ਤਿਆਗੋ, ਔਗਣ ਤਿਆਗੋ, ਵਿਸ਼ੇ ਵਕਾਰ ਤਿਆਗੋ। ਘਰ ਤਿਆਗਣ ਦੀ ਲੋੜ ਨਹੀਂ ਹੈ, ਬੱਚੇ ਛੱਡਣ ਦੀ ਲੋੜ ਨਹੀਂ ਹੈ, ਕਿਰਤ ਛੱਡਣ ਦੀ ਲੋੜ ਨਹੀਂ। ਹਾਂ ਜੇ ਕਿਤੇ ਲੋੜ ਪਵੇ ਮਜਲੂਮਾਂ ਦੀ ਖਾਤਰ ਤੇ ਤਨ ਤੱਕ ਵੀ ਤਿਆਗਣਾ ਪਵੇ ਤੇ ਤਿਆਗ ਦੇਣਾ ਚਾਹੀਦਾ। ਇਹ ਸੀ ਤਿਆਗ ਗੁਰੂ ਤੇਗ ਬਹਾਦਰ ਸਾਹਿਬ ਦਾ। ਨਹੀਂ ਤਾਂ ਉਸ ਵੇਲੇ ਕਿੰਨੇ ਤਿਆਗੀ ਲੋਕ ਹੋਣਗੇ ਭਾਰਤ ਵਰਸ਼ ਵਿੱਚ, ਪਰ ਮਜਲੂਮਾਂ ਦੀ ਰਾਖੀ ਕਰਨ ਵਾਸਤੇ ਕੋਈ ਅੱਗੇ ਨਹੀਂ ਆਇਆ ਵੀ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਵੀ ਅਸੀਂ ਹਾਜ਼ਰ ਹਾਂ, ਸਾਡਾ ਸਿਰ ਕੱਟ ਤੇ ਹਿੰਦੂਆਂ ਨੂੰ ਕੁਝ ਨਾ ਕਹੋ। ਕੇਵਲ ਤਾਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ, ਮੈਂ ਕਹਾਂਗਾ ਕੇਵਲ ਤਾਂ ਕੇਵਲ ਬਾਲਕ ਗੋਬਿੰਦ ਰਾਏ ਜੀ ਜਿਹੜੇ ਆਪਣੇ ਪਿਤਾ ਜੀ ਨੂੰ ਤੋਰ ਰਹੇ ਨੇ, ਔਰ ਸਾਡੀ ਮਾਂ ਗੁਜਰੀ ਜਿਹਨੂੰ ਆਪਾਂ ਅੱਜ ਸਤਿਕਾਰ ਵਜੋਂ ਮਾਤਾ ਗੁਜਰ ਕੌਰ ਜੀ ਵੀ ਕਹਿੰਦੇ ਹਾਂ। ਜੇ ਚਾਹੁੰਦੇ ਮਾਤਾ ਗੁਜਰ ਕੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਹੋ ਕੇ ਉਹਨਾਂ ਦੇ ਕਦਮਾਂ ਨੂੰ ਰੋਕ ਕੇ ਕਹਿ ਸਕਦੇ ਸਨ, ਤੁਸੀਂ ਸ਼ਹੀਦ ਹੋਣ ਚੱਲੇ ਹੋ ਤੇ ਮੇਰੇ ਸੁਹਾਗ ਦਾ ਕੀ ਬਣੇਗਾ। ਪਰ ਪਤਾ ਸੀ ਉਸ ਮਾਂ ਨੂੰ ਕਿ ਜੇ ਮੈਂ ਆਪਣਾ ਸੁਹਾਗ ਬਚਾਇਆ ਤੇ ਕੱਲ ਸੂਰਜ ਚੜ੍ਹਨ ਦੀ ਦੇਰ ਹੈ, ਔਰੰਗਜ਼ੇਬ ਨੇ ਲੱਖਾਂ ਸੁਹਾਗ ਉਜਾੜ ਦੇਣੇ ਨੇ। ਇਹੋ ਜੀ ਸੀ ਸਾਡੀ ਮਾਂ ਗੁਜਰੀ ਹੈ।
क्योंकि वो गुरु तेग बहादुर साहब जी नूं करतारपुर साहब की धरती ते जूझदियां वेख चुके सन। मां गुजरी कदे नहीं सी डोली, चाहे मसंदां की विरोधता आई, चाहे रणजीत नगारा वजया, चाहे खालसे की साजना हुई, चाहे आनंदपुर साहब के आस पास पौंटा साहब युद्ध लड़े गए, आनंदपुर साहब का किला छड्डना पिया, सरसा का कंढा आया, गंगू का घर आया, चाहे ठंडा बुरज आया, चाहे मुरंडे की कैद आई, तो चाहे सरहंद की दीवार, सेवक की ओढ़ निभही प्रीत। मैं कहना जिथे गुरु तेग बहादुर साहब के पिता गुरु हरगोबिंद साहब छठम पीर बैठा गुर भारी, जिथे उन्हां दी माता माता नानकी जिहड़ी ताड़ना करते ने, उस वेले जदों धीरमल गोली चलाउंदा ते आके गुरु घर की समगरी चुक के लिजाण का यतन करदा ते उत्थे परवाह नहीं कीती भी ये धीरमल कवे भी मैं गुरु की अंश बंश विच पैदा होया। बड़ी दृढ़ता नाल माता नानकी जी ने कहा सी ये तां इस तरह होया जिवें कोई खुद अपने हत्थी जहर पी के अपनी मौत सेड़ लवे। अब जबरी कर आन परे हो, जिम बिख पी के खुद मरे हो। इहो जी माता सी गुरु तेग बहादुर साहब जी की माता नानकी, इन्नी जुरत रखण वाले सन। उन्हां दे माता जी धनता जोग, उन्हां दे धर्म पत्नी माता गुजर कौर जी धनता जोग। हर पक्षों गुरु तेग बहादुर साहब महाराज की शख्सियत संपूर्ण है। तो सानू उन्हां सिक्ख्या दित्ती, कहण लगे तज अभिमान मोह माया पुन भजन राम चित लावो। अपनी जिंदगी विचों हंकार छड्ड के, अपनी जिंदगी विचों मोह माया की पकड़ छड्ड के परमात्मा की भजन बंदगी विच चित लाओ। नानक कैत मुक्त पंथ यह गुरमुख होए तुम पावो। नौवें नानक धन गुरु तेग बहादुर साहब जी दसदे ने, आ जे मुक्ति का पंथ, आ जे बंधना तो खलासी पाउण दा रस्ता। जे चाहुंदे हो बल छुट गया, बंधन पै गए, बंधना तो मुक्त होना चाहुंदे हो ते आ गुरु ने तुहानू मुक्त पंथ दस्या, बंधना तो छुटकारा पाउण दा राह दस्या। गुरमुख होए तुम पावो। ते गुरु दी शरण विच पै के तुसी इस मुक्त पंथ बंधना तो रहत वाला जिहड़ा मार्ग है इनू तुसी अपनी जिंदगी दे विच धारण कर सकदे हो। फिर ना आखियो कि गुरु ने ये उपदेश सानू नहीं बख्शिश कीता। साहब कहंदे तुहाडे नौवें नानक तां गज वज के आख रहे ने, नानक बात बताई, नानक बात बताई। गरीब नवाज ने कृपा की, मानस दे पाए पद हर भज। मनुखा दे ही तो पा ली, पर मनुखा पदवी पाउण लई परमात्मा की भजन बंदगी कर। ते साहब कहंदे फिर ना कहीं भी मैनू पता नहीं। मानस दे पाए पद हर भज, नानक बात बताई। तेरे गुरु नानक ने तैनू आ गल दस दित्ती है ते ये चेते रखी, फिर तेरा मनुखा जीवन जिहड़ा है वो सफला होवेगा। सतगुरु गुरु तेग बहादुर साहब महाराज जदों भी कोई संकट विच उन्हां नूं पुकारदा, हर तरह का बेड़ा, हर तरह का जहाज मेरे सतगुरु जी ने पार किया। नहीं तो औरंगजेब ने भारत वर्ष के अंदर बाकी सारे धर्म खत्म करके केवल इक्को धर्म नूं लागू करना सी। और ये एक बड़ा वड्डा प्रेरणा का स्रोत है कि राजा कोई भी होवे वो आप भी जीवे ते दूजिआं नूं भी जिउण देवे, आप भी धर्मी होवे ते दूजिआं नूं भी धर्म के मुताबक वो जिंदगी बसर करन देवे। दूजिआं दा धर्म खोवे ना, अपना धर्म उन्हां ते लागू ना करे। ये गुरु तेग बहादुर साहब जी ने अज तो 400 साल पहला प्रगट हो के और उन्हां दी जिहड़ी शहादत है वो तकरीबन असीं वेखदे हां कि 54 साल की उम्र विच हुंदी है। 54 साल उहदे विचों मनफी कर लईए ते 300 कुछ साल बन गए। अपनी शहादत दे के गुरु तेग बहादुर साहब जी ने दस दिता कि जबर जुल्म जिहड़ा है ये भावें राजा भी करे उहदे लई भी घातक है। बड़े लंबे समय तो जिहड़ी हुकूमत ने जड़ां लाइयां सन, कोई 7-8 सदियां तो वो जड़ां हिल गईयां गुरु तेग बहादुर साहब की शहादत नाल। ज्ञानी ज्ञान सिंह जी ने लिखिया, तब ते घटी पातशाही दिल्ली, तब ते तुरक कला पई ढिली। कवि संतोख सिंह जी लिखते ने, तेग बहादुर धर्म धुज हरता तुरकन मूल। गुरु तेग बहादुर साहब धर्म के ध्वज झंडा ने ते उन्होंने जिहड़ी मुगलिया हुकूमत सी उन्हां दियां जड़ां हिला के रख दित्तियां। इस करके चरण शरण तारन तरन नमो होए अनुकूल। ऐसे सतगुरु गुरु तेग बहादुर साहब जी के चरनां ते नमस्कार होवे। फिर एक बार सारियां संगतां नूं सतगुरु जी के
400 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਜਿੱਥੇ ਸਟੇਜ ਤੇ ਮਾਨਯੋਗ ਸਿੰਘ ਸਾਹਿਬਾਨ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੇਵਾ ਨਿਭਾ ਰਹੇ ਨੇ, ਚਾਹੇ ਸਾਬਕਾ ਜਥੇਦਾਰ ਸਾਹਿਬਾਨ ਹਾਜ਼ਰੀਆਂ ਭਰ ਰਹੇ ਨੇ, ਉੱਥੇ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੁੱਖ ਸਕੱਤਰ ਸਾਹਿਬ, ਸਾਡੇ ਜਨਰਲ ਸਕੱਤਰ ਸਾਹਿਬ ਅਤੇ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਜੀ, ਜਿਨ੍ਹਾਂ ਨੇ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਸਤਿਗੁਰੂ ਜੀ ਨੇ ਉਹਨਾਂ ਨੂੰ ਉਦਮ ਉਪਰਾਲਾ ਬਖਸ਼ਿਸ਼ ਕੀਤਾ ਹੈ। ਜਿੱਥੇ ਪਹਿਲਾਂ ਵੱਡੇ ਸਮਾਗਮ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੋਰ ਸਥਾਨਾਂ ਤੇ ਕਰਵਾਏ ਨੇ, ਇਹ ਸਮਾਗਮ ਭਾਵੇਂ ਕਿਉਂਕਿ ਕਰੋਨਾ ਮਹਾਂਮਾਰੀ ਚੱਲ ਰਹੀ ਹੈ, ਸੰਕੇਤ ਹੋਇਆ ਹੈ, ਪਰ ਫਿਰ ਵੀ ਇੱਕ ਬੜਾ ਵਧੀਆ ਮੈਸੇਜ ਕਨਵੇ ਹੋਇਆ ਸੰਸਾਰ ਦੇ ਅੰਦਰ ਕਿ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਰਉਪਕਾਰ ਕਰਕੇ ਮਨੁੱਖਤਾ ਦੀ ਰੱਖਿਆ ਕੀਤੀ। ਸਟੇਜ ਦੀ ਸੇਵਾ ਕਰ ਰਹੇ ਨੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸ਼ਹੂਰ, ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ। ਅਗਲਾ ਪ੍ਰੋਗਰਾਮ ਆਪ ਜੀ ਸਰਵਣ ਕਰੋ, ਕਿਉਂਕਿ ਦਾਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਤੇ ਪਹੁੰਚਣਾ ਹੈ। ਹੋਈਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਬੁਲਾਓ ਫਤਿਹ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।